ਗगन ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ खेत जो मांडियो सूरमा अब जो जन को दाओ सूरा सो पहचानिए जो लड़े दीन के हेतु पुरजा पुरजा कट मरे कबहू न छड़े खेत पुरजा पुरजा कट मरे कबहू न छड़े खेत तरन गगन नव खंड मह जोत स्वरूपी रहो पर पन मथुरा कश भेद नहीं गुरु अर्जन पर तख हर पन मथुरा कश भेद नहीं गुरु अर्जन पर तख हर सतनाम श्री वाहेगुरु साहिब जीओ आषाढ़ तपंदा तिस लगा हर ना हो ना जिना पास जग जीवन पुरख त्याग का मानस संदे आस आषाढ़ तपंदा तिस लगा हर ना हो ना जिना पास जग जीवन पुरख त्याग का मानस संदे आस दुया पाए वे गोचिया गाल पाए सो जाम के फांस जेहा बीजा सो लुणा मथा जो लिखयास रण विहाणे पछताणे उठ चले गए निराश जिनको साधु पेटिया सो दरगाह होए खलास कर कृपा प्रभ आपने तेरे दर्शन होए प्यास प्रभ तुद बिन दूजा को नहीं नानक के अरदास आषाढ़ सुहंदा तिस लगा जिस मन हर चरण निवास प्रभ तुद बिन दूजा को नहीं नानक के अरदास आषाढ़ सुहंदा तिस लगा जिस मन हर चरण निवास वाहिगुरु जी का खालसा वाहिगुरु जी की फतेह। अकाल पुरख वाहिगुरु
ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਕਲਗੀਧਰ ਪਿਤਾ ਪੰਥ ਦੇ ਮਾਲੀ, ਵਾਲੀਏ ਦੋ ਜਹਾਨ ਸਾਹਿਬੇ ਕਮਾਲ। ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਚੌਰ ਤਖਤ ਛਤਰ ਸਿੰਘਾਸਨ ਉਪਰ ਸੁਭਾਈਮਾਨ, ਸ਼ਬਦਾ ਅਵਤਾਰ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਸ਼ਹੀਦਾਂ ਦੇ ਸਿਰਤਾਜ। ਧੰਨ 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 ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ। ਗੁਰੂ ਦਰਬਾਰ ਅੰਦਰ ਜੁੜ ਬੈਠੇ ਧੰਨ ਧੰਨ ਦੇ ਯੋਗ ਗੁਰੂ ਰੂਪ ਸਾਧ ਸੰਗਤ ਜੀਓ। ਆਪ ਸਮੂਹ ਮਾਈ ਭਾਈ ਬੜਭਾਗੀ ਹੋ। ਸ਼ਰਧਾ ਪਿਆਰ ਸਹਿਤ ਬੜੇ ਆਦਰ ਭਾਵਨਾ ਦੇ ਨਾਲ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨਾਂ ਲਈ ਪਹੁੰਚੇ ਹੋ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਦੇ ਮਹਾਵਾਕਾਂ ਅਨੁਸਾਰ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਨਮਸਤਕ ਹੁੰਦਿਆਂ ਸਤਿਗੁਰੂ ਜੀ ਦੀ ਨਿੱਘੀ ਗੋਦ ਵਿੱਚ ਜੁੜ ਕੇ ਬੈਠੇ ਹੋਏ ਗੁਰਬਾਣੀ ਦੇ ਕੀਰਤਨ ਕਥਾ ਦਾ ਆਨੰਦ ਮਾਣ ਰਹੇ ਹੋ। ਸਤਸੰਗੀਓ, 12 ਮਹਾਂ ਹਨ। 12 ਮਹਾਂ ਦੇ ਵਿੱਚ ਅੱਜ ਹਾੜ ਦਾ ਮਹੀਨਾ ਸੰਕਰਾਂਤ ਦਾ ਦਿਹਾੜਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤੁਖਾਰੀ ਰਾਗ ਦੇ ਅੰਦਰ 12 ਮਹਾਂ ਬਾਣੀ ਦੀ ਰਚਨਾ ਕੀਤੀ ਹੈ। ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ, ਸਿਰ ਸਿਰ ਸੁਖ ਸਾਮਾ ਦੇਹ ਸੋ ਤੂੰ ਭਲਾ। ਗੁਰਸਿੱਖਾਂ ਦੇ ਬੇਨਤੀ ਕਰਨ ਤੋਂ ਬਾਅਦ ਪੰਚਮ ਪਾਤਸ਼ਾਹ ਜੀ ਨੇ ਮਾਝ ਰਾਗ ਦੇ ਅੰਦਰ 12 ਮਹਾਂ ਦੀ ਰਚਨਾ ਕੀਤੀ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਹੋ ਰਾਮ। ਸ੍ਰੀ ਦਸਮ ਪਿਤਾ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਦਸਮੇਸ਼ ਸਤਿਗੁਰੂ ਪਿਤਾ ਸਾਹਿਬ ਜੀ ਨੇ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ 12 ਮਹਾਂ ਦੀ ਰਚਨਾ ਕੀਤੀ ਹੈ। ਜੋ ਕਿ ਸੱਚਖੰਡ ਦਰਬਾਰ ਦੇ ਵਿਖੇ ਆਪ ਜੀ ਨੇ ਗ੍ਰੰਥੀ ਸਾਹਿਬ ਜੀ ਹੁਣਾਂ ਪਾਸੋਂ ਹੁਣੀ 12 ਮਹਾਂ ਬਾਣੀ ਦਾ ਪਾਠ ਸਰਵਣ ਕੀਤਾ। ਆਦਿ ਪਾਤਸ਼ਾਹੀ ਤੇ ਦਸਮ ਪਾਤਸ਼ਾਹੀ ਤੇ ਸਤਿਗੁਰੂ ਦੇ ਪਿਆਰਿਓ, ਜਦ ਮਹੀਨਾ ਬਦਲਦਾ ਵਾ, ਇੱਕ ਮਹੀਨੇ ਦੀ ਸਮਾਪਤੀ ਤੇ ਦੂਜੇ ਮਹੀਨੇ ਦੀ ਪ੍ਰਾਰੰਭਤਾ ਹੁੰਦੀ। ਪੁਰਾਤਨ ਸਮੇਂ ਤੋਂ ਲੈ ਕਰਕੇ ਸਮਾਜ ਦੇ ਅੰਦਰ ਲੋਕਾਂ ਦੀ ਐਸੀ ਭਾਵਨਾ ਦ੍ਰਿੜ ਰਹੀ ਹੈ ਕਿ ਮਹੀਨੇ ਦੇ ਪਹਿਲੀ ਤਰੀਕ ਨੂੰ ਕਿਸੇ ਪੰਡਤ ਪੁਰੋਹਿਤ ਦੇ ਪਾਸੋਂ, ਬ੍ਰਾਹਮਣ ਦੇ ਪਾਸੋਂ
ਮਹੀਨੇ ਦਾ ਨਾਮ ਸੁਣਨਾ ਵਾ ਮਹੀਨੇ ਦਾ ਫਲਾਦੇਸ਼, ਮਹੀਨੇ ਦੇ ਬਾਬਤ ਕੁਝ ਵਿਚਾਰਾਂ ਸਰਵਣ ਕਰਨੀਆਂ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ, ਗੁਰੂ ਪੰਚਮ ਪਾਤਸ਼ਾਹ ਜੀ ਦੇ ਸਮੇਂ ਵੀ ਸ੍ਰੀ ਹਰਿਮੰਦਰ ਸਾਹਿਬ ਵਿੱਚ ਇੱਕ ਪੰਡਤ ਸੰਗਤਾਂ ਨੂੰ ਮਹੀਨੇ ਦੇ ਫਲਾਦੇਸ਼ ਸੁਣਾਇਆ ਕਰਦਾ। ਸੰਗਤ ਬੜੇ ਪਿਆਰ ਨਾਲ ਆਉਂਦੀ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਆਪੋ ਆਪਣੀ ਸ਼ਰਧਾ ਦੇ ਨਾਲ ਸਾਹਿਬਾਂ ਦੇ ਚਰਨਾਂ 'ਚ ਸਿਦਕ ਤੇ ਪ੍ਰੇਮ ਦੀਆਂ ਭੇਟਾਂ ਗੁਰੂ ਸੰਗਤ ਗੁਰੂ ਦੇ ਚਰਨਾਂ 'ਚ ਅਰਪਣ ਕਰਦੀਆਂ। ਬ੍ਰਾਹਮਣ ਨੂੰ ਇਸ ਗੱਲ ਦਾ ਬੜਾ ਹੀ ਮਨ 'ਚ ਖੂਬ ਜਿਹਾ ਬਣਿਆ ਰਹਿੰਦਾ ਵੀ ਕਥਾ ਮੈਂ ਸੁਣਾਉਣਾ ਵਾਂ ਤੇ ਗੁਰੂ ਜੀ ਭੇਟਾ ਚੜਾਵਾ ਆਪ ਲੈ ਜਾਂਦੇ ਹੈ। ਵਿਧੀ ਬਣਨੀ ਸੀ, ਮਹਾਰਾਜ ਜੀ ਦੇ ਹਜ਼ੂਰ ਉਹ ਨਾਰਾਜ਼ ਹੋ ਗਿਆ ਤੇ ਸੰਗਰਾਂਦ ਵਿਸਾਖੀ 'ਚ ਸੁਣਾਉਣ ਕਥਾ ਨਾ ਆਇਆ। ਕੁਝ ਸਿਆਣੇ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਆਦਿਕ ਸੂਝਵਾਨਾਂ ਨੇ ਕਿਹਾ ਕਿ ਮਹਾਰਾਜ ਜੀ ਪੰਡਿਤ ਨੂੰ ਕਿਉਂ ਸੱਦਦੇ ਜੇ? ਸਤਿਗੁਰੂ ਜੀ ਨੇ ਕਿਹਾ, ਭਾਈ ਇਹ ਤੇ ਸੰਗਤਾਂ ਦੀ ਭਾਵਨਾ ਹੈ। ਮਹਾਰਾਜ ਜੀ ਗੁਰਮਤਿ ਦੇ ਵਿੱਚ ਫਲਾਦੇਸ਼ ਦਾ ਕੀ ਭਾਵ ਹੈ? ਤੁਸੀਂ ਕਿਰਪਾ ਕਰੋ ਸਰਬੰਸ ਸਰਬ ਤਰਲੋਕੀ ਦੇ ਮਾਲਕ ਸੱਚੇ ਪਾਤਸ਼ਾਹ ਸਰਬ ਕਲਾ ਸਮਰੱਥ ਗੁਰੂ ਜੀ, ਤੁਸੀਂ ਕਿਰਪਾ ਕਰੋ ਸਾਨੂੰ ਇਹ ਜੀ ਕੋਈ ਬਾਣੀ ਦਿਓ। ਗੁਰੂ ਨੇ ਕਿਹਾ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਤੁਖਾਰੀ ਰਾਗ ਦੇ ਅੰਦਰ ਹੈ, ਪੜ੍ਹਿਆ ਕਰੋ। ਮਹਿੰਗੀ ਬੜੀ ਬਾਣੀ ਹੈ ਪਾਤਸ਼ਾਹ, ਆਪ ਜੀ ਆਪਣੀ ਰਚਨਾ ਤੋਂ ਸਰਲ ਬਾਣੀ ਬਖਸ਼ੋ। ਫਿਰ ਗੁਰੂ ਜੀ ਨੇ 12 ਮਾਹਾਂ ਦੇ ਵਿੱਚ ਇਹ ਬਾਣੀ ਦੀ ਬਖਸ਼ਿਸ਼ ਕੀਤੀ। ਚੇਤ ਦੇ ਮਹੀਨੇ ਤੋਂ ਆਰੰਭ ਕਰਕੇ ਚੇਤ ਗੋਬਿੰਦ ਆਰਾਧੀਏ ਹੋਵੇ ਆਨੰਦ ਘਣਾ, ਫੱਗਣ ਦੇ ਮਹੀਨੇ ਤੇ ਜਾ ਕੇ ਸਾਹਿਬਾਂ ਨੇ ਮਹੀਨਿਆਂ ਦੀ ਸਮਾਪਤੀ ਕੀਤੀ ਹੈ। ਜੋ ਸਾਧ ਸੰਗਤ ਜੀ ਪੁਰਾਤਨ ਸਾਲ ਲੋਕ ਬਿਕਰਮੀ ਸੰਮਤ ਮਨਾਇਆ ਕਰਦੇ ਸਨ, ਜਦ ਅੰਗਰੇਜ਼ੀ ਮਹੀਨੇ ਦੀ ਮਾਨਤਾ ਨਹੀਂ ਸੀ। ਅੰਗਰੇਜ਼ੀ ਸਾਲ ਆਉਣ ਤੋਂ 57 ਸਾਲ ਪਹਿਲਾਂ ਲੋਕ ਬਿਕਰਮੀ ਸੰਮਤ ਨੂੰ ਹੀ ਸਾਲ ਮੰਨਦੇ ਹੁੰਦੇ ਸੀ ਤੇ ਗੁਰੂ ਸਾਹਿਬਾਂ ਨੇ ਤੇ ਮਹਾਪੁਰਸ਼ਾਂ ਨੇ ਭਾਰਤ ਦੇ ਸੱਤਾਧਾਰੀ ਰਾਜੇ ਮਹਾਰਾਜਿਆਂ ਨੇ ਬਿਕਰਮੀ ਸੰਮਤ ਨੂੰ ਹੀ ਜ਼ਿਆਦਾ ਉਲੇਖਿਆ। ਹੌਲੀ ਹੌਲੀ ਸਹਿਜੇ ਸਹਿਜੇ ਫਿਰ ਇਹ ਈਸਵੀ ਸੰਮਤ ਸਾਧ ਸੰਗਤ ਜੀ, ਜੋ ਕਿ ਅੱਜ ਤਕਰੀਬਨ ਸਾਰੇ ਸੰਸਾਰ ਵਿੱਚ ਸੰਮਤ ਤੇ ਲੋਕ ਦਿਨ ਦਿਹਾੜੇ ਮਨਾਇਆ ਕਰਦੇ ਨੇ। ਇਹ ਪੋਹ ਦੇ ਮਹੀਨੇ ਤੋਂ 18 ਪੋਹ ਤੋਂ ਇਹ ਮਹੀਨਾ ਸ਼ੁਰੂ ਹੁੰਦਾ ਵਾ, ਜਨਵਰੀ ਦਾ ਮਹੀਨਾ। ਪੋਹ ਤੇ ਮਾਘ ਦੇ ਵਿੱਚ ਵਿਚਾਲੇ ਈਸਵੀ ਸੰਮਤ ਨੂੰ ਨਵਾਂ ਸਾਲ ਲੋਕ ਸ਼ੁਰੂ ਮੰਨਦੇ ਹੈ। ਰਹੋ ਵਿਚਾਰ, ਬਿਕਰਮੀ ਸੰਮਤ ਦੇ ਆਧਾਰਿਤ ਚੇਤ ਦਾ ਮਹੀਨਾ ਪਹਿਲਾ ਮਹੀਨਾ ਮੰਨਿਆ ਜਾਂਦਾ। ਚੇਤ, ਵਿਸਾਖ, ਜੇਠ, ਹਾੜ, ਸਾਵਣ, ਭਾਦਰੋਂ, ਅਸੂ, ਕੱਤਕ, ਮੱਘਰ, ਪੋਹ, ਮਾਘ, ਫੱਗਣ। ਸੋ ਗੁਰੂ ਸਵਾਰਿਓ, ਚੇਤ, ਵੈਸਾਖ, ਜੇਠ, ਹਾੜ। ਚੇਤ ਤੋਂ ਆਰੰਭ ਹੋ ਕੇ ਚੌਥਾ ਮਹੀਨਾ ਹਾੜ ਦਾ, ਜਿਸ ਨੂੰ
ਹਾੜ ਵੀ ਕਿਹਾ ਜਾਂਦਾ ਤੇ ਆਸਾੜ ਵੀ ਕਿਹਾ ਜਾਂਦਾ ਹੈ। ਸਤਿਗੁਰੂ ਪੰਚਮ ਪਿਤਾ ਸਾਹਿਬ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ, ਜਿਨ੍ਹਾਂ ਦਾ ਸ਼ਹਾਦਤ ਦਿਵਸ ਸਾਧ ਸੰਗਤ ਜੀ ਕੱਲ ਨੂੰ ਹੈ। ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਵੈਰੀਆਂ ਦੇ ਘਰ ਜਾ ਕਰਕੇ, ਜਿਨ੍ਹਾਂ ਨੇ ਬਹੁਤ ਹੀ ਸਰੀਰ ਤੇ ਤਸੀਹੇ ਸਹਾਰ ਕੇ ਉਬਲਦੀ ਦੇਗ ਵਿੱਚ ਬੈਠੇ, ਤੱਤੇ ਲੋਹ ਦੇ ਵਿੱਚ ਬੈਠੇ, ਤੱਤਾ ਰੇਤਾ ਉੱਤੇ ਪਵਾਇਆ, ਪਰ ਪਰਮੇਸ਼ਰ ਦਾ ਭਾਣਾ ਮਿੱਠਾ ਕਰਕੇ ਮੰਨਿਆ। ਔਰ ਇੰਜ ਰਾਵੀ ਨਦੀ ਤੇ ਆਪ ਜੀ ਨੇ ਅੰਤਮ ਸਮੇਂ ਗੁਰੂ ਦਾ ਦਰਸ਼ਨ ਵਰ ਦੇ ਕਰਕੇ ਰਾਵੀ ਨਦੀ ਤੇ ਸਰੀਰ ਨੂੰ ਆਪ ਨੇ ਤਿਆਗ ਦਿੱਤਾ। ਸੋ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਜੋ ਲਾਹੌਰ ਵਿੱਚ ਹੋਇਆ, ਸਤਿਗੁਰੂ ਜੀ ਪਾਤਸ਼ਾਹ ਜੀ ਦੀ ਇਸ ਧਾਰਮਿਕ ਅਣਖ ਤੇ ਸੱਚ ਦੇ ਵਾਸਤੇ ਜੋ ਗੁਰੂ ਦੀ ਕੁਰਬਾਨੀ ਹੈ, ਸ਼ਹੀਦੀ ਦਿਵਸ ਦੇ ਰੂਪ ਵਿੱਚ ਸਿੱਖ ਕੌਮ, ਸਿੱਖ ਸੰਗਤ ਸਾਰੇ ਥਾਵਾਂ ਤੇ ਗੁਰੂ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ। ਤੇ 16 ਤਰੀਕ ਨੂੰ, 16 ਜੂਨ ਨੂੰ ਗੁਰੂ ਸਾਹਿਬ ਜੀ ਦਾ ਸ਼ਹੀਦੀ ਦਿਵਸ ਹੈ। ਬਹੁਤ ਸਾਰੇ ਗੁਰਸਿੱਖ ਸੰਗਤਾਂ ਕਈ ਥਾਵਾਂ ਤੇ ਇੱਕ 2 ਮਹੀਨੇ ਤੋਂ ਲੈ ਕੇ ਸਾਹਿਬਾਂ ਦੇ ਯਾਦ ਵਿੱਚ ਅਖੰਡ ਪਾਠਾਂ ਦੇ ਲੜੀ ਚਲਾਉਂਦੇ ਹੈ, ਠੰਡੇ ਛਬੀਲ ਵਰਤਾਉਂਦੇ ਹੈ, ਔਰ ਸਤਿਗੁਰੂ ਜੀ ਦੇ ਯਾਦਗਾਰ ਵਿੱਚ ਕੀਰਤਨ, ਕਥਾ, ਦੀਵਾਨ ਸਜਾ ਕੇ ਗੁਰੂ ਦੇ ਜਸ ਗਾਇਨ ਕਰਦੇ ਹੈ। ਗੁਰਸਿੱਖਾਂ ਨੂੰ ਗੁਰੂ ਦੇ ਗੁਰਪੁਰਬ ਤਿਉਹਾਰ ਮਨਾਉਣੇ ਬਹੁਤ ਜ਼ਰੂਰੀ ਹਨ। ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ, ਜਬ ਲੋ ਨਹੀਂ ਭਾਗ ਲਿਲਾਰ ਉਦੈ, ਤਬ ਲੋ ਭਰਮ ਤੇ ਫਿਰਤੇ ਬਹੁਤਾਇਓ, ਕਲ ਘੋਰ ਸਮੁੰਦਰ ਮੈਂ ਬੂਡਤ ਤੇ, ਕਬ ਹੂੰ ਮਿਟਹਿ ਨਹੀਂ ਰੇ ਪਛਤਾਇਓ। ਤਤ ਵਿਚਾਰ ਜਹ ਮਥੁਰਾ, ਜਗ ਤਾਰਨ ਕੋ ਅਵਤਾਰ ਬਨਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ बाणी का बोहित था। श्री गुरु ग्रंथ साहिब स्वरूप जिन्हां ने जगत दे उद्धार लई जगत जीवां वास्ते अपने बाणी बख्शिश कीती है। गुरु ग्रंथ साहिब जी का स्वरूप सानू दत्ता है। खत्री ब्राह्मण सूद बैस उपदेश चौं वर्ना को सांझा दा आपने सांझी सिक्ख्या सांझा उपदेश, मानस की जात सबे के पहचानबो दी प्रथा गुरु अर्जन देव जी ने कायम की थी। आओ सतगुरु अर्जन देव जी महाराज जी की पवित्र बाणी 12 महा शब्द ਦੀ कथा अज संगरांद ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਵਿਚਾਰ ਕੀਤੀ ਜਾਂਦੀ ਹੈ। ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੱਲ ਰਹੇ ਲੜੀਵਾਰ ਸ਼ਬਦਾਂ ਦੀ ਵੀ ਕਥਾ ਸੰਗਤ 'ਚ ਭੇਟ ਕੀਤੀ ਜਾਂਦੀ ਹੈ। ਸਰਵਣ ਕਰੋ ਸਤਿਗੁਰੂ ਦੇ ਪਿਆਰਿਓ। 12 ਮਹਾ ਮਾਜ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਆਸਾੜ ਹਾੜ ਦੇ ਮਹੀਨੇ ਵਿੱਚ ਜੋ ਸਾਨੂੰ ਉਪਦੇਸ਼ ਦੇ ਕਰਕੇ ਵਿਚਾਰ ਗੁਰਮਤਿ ਦੀ ਸਿੱਖਿਆ ਦਿੱਤੀ ਹੈ। ਗੁਰੂ ਦੀ ਬਾਣੀ ਦੀ ਕਥਾ 12 ਮਹਾਂ ਦੀ ਕਥਾ ਸਰਵਣ ਕਰੀਏ। ਮਹੀਨੇ ਦੀ ਕਥਾ ਸੁਣੋ ਜੀ। ਲਵਾਓ ਹਾਜ਼ਰੀਆਂ। ਪਿਆਰ ਸਤਿਕਾਰ ਦੇ ਨਾਲ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਸਾਰੀਆਂ ਸੰਗਤਾਂ ਬੋਲੋ ਜੀ ਸਤਨਾਮ
ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ। ਅੰਮ੍ਰਿਤਮਈ ਬਾਣੀ 12 ਦੇ ਮਹੀਨੇ ਦੀ ਕਥਾ ਆਪ ਜੀ ਸਰਵਣ ਕਰੋ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਆਸ਼ਾੜ ਤਪੰਦਾ ਤਿਸ ਲੱਗਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਹਦੇ 'ਚ ਇੱਕ ਪ੍ਰਸੰਗ ਪ੍ਰਕਰਨ ਦੱਸ ਰਹੇ ਹੈ। ਵੈਸੇ ਮੌਸਮੀ ਵਿਭਾਗ ਦੇ ਆਧਾਰਿਤ ਆਪਾਂ ਵਿਚਾਰ ਕਰਦੇ ਹਾਂ ਨਾ, ਜੇਠ ਤੇ ਹਾੜ ਦਾ ਮਹੀਨਾ ਬੜਾ ਤਪਸ ਵਾਲਾ ਹੈ, ਬਹੁਤ ਗਰਮੀ ਪੈਂਦੀ ਹੈ। ਧਰਤੀ ਤਪਦੀ ਹੈ, ਸੂਰਜ ਗगन ਤਪ ਹੈ। ਗੁਰੂ ਨਾਨਕ ਜੀ ਨੇ ਕਿਹਾ ਜਦ ਇਸ ਤਰ੍ਹਾਂ ਦੀ ਤਪਸ਼ਤਾ ਪੈਂਦੀ ਹੈ, ਬੜੇ ਜ਼ੋਰ ਦੇ ਨਾਲ ਅੱਗ ਧਰਤੀ ਦੇ 'ਚ ਅੱਗ ਵਰਸਦੀ ਹੈ। ਤੇ ਗੁਰੂ ਸਵਾਰਿਓ, ਜਿਹੜੇ ਲੋਕ ਪਹਿਲੇ 5 ਪ੍ਰਕਾਰ ਦੇ ਅੱਗ ਦੇ ਸ਼ਿਕਾਰ ਹੋ ਚੁੱਕੇ, ਕਾਮ ਰੂਪੀ ਅੱਗ, ਕ੍ਰੋਧ ਰੂਪੀ ਅੱਗ, ਈਰਖਾ ਰੂਪੀ ਅੱਗ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ 5 ਪ੍ਰਕਾਰ ਦੇ ਅੱਗ ਹਨ। ਜਿਨ੍ਹਾਂ ਵਿਚਾਰਿਆਂ ਨੇ ਇੱਟਾਂ ਦੇ ਭੱਟਾਂ 'ਚ ਕੰਮ ਕਰਨੇ ਹੋਣ, ਤੇ ਭਾਈ ਪਿਆਰਿਓ, ਭੱਠੀ 'ਚ ਕੰਮ ਕਰਨ ਵਾਲੇ ਨੂੰ ਹੋਰ ਜੇ ਸੂਰਜ ਤੋਂ ਉੱਤੋਂ ਹੋਰ ਗਰਮੀ ਪਵੇ ਤੇ ਬੜਾ ਦੁਖੀ ਹੁੰਦਾ ਹੈ। ਦੁਹਾਈ ਪਾਉਂਦਾ ਹੈ ਕਿ ਰੱਬਾ, ਪਹਿਲੇ ਮੈਂ ਅੱਗ ਦੇ ਵਿੱਚ ਸੇਕਿਆ ਜਾਨਾ, ਹੋਰ ਉਤੋਂ ਅੱਗ ਬਰਸਦੀ ਹੈ। ਸੰਸਾਰ ਦੇ ਅੰਦਰ ਸਾਰੇ ਲੋਕ ਕਾਮ ਕ੍ਰੋਧ ਲੋਭ ਮੋਹ ਚਾਰੇ ਨਦੀਆਂ ਅੱਗ, ਪਵਹਿ ਦਜਹਿ ਨਾਨਕਾ ਤਰੀਐ ਕਰਮੀ ਲੱਗ। ਇਹ ਅੱਗ ਦੇ ਦਰਿਆ ਵਿੱਚ, ਅੱਗ ਦੇ ਜਵਾਲਾ ਬੰਮਣੀ ਦੇ ਵਿੱਚ ਜਵਾਲਾਮੁਖੀ ਵੀ ਸਾਰੇ ਸੜ ਰਹੇ ਹੈ। ਸਤਿਗੁਰੂ ਪੰਚਮ ਪਿਤਾ ਜੀ ਦੱਸਣਾ ਹੀ ਚਾਹੁੰਦੇ ਨੇ ਕਿ ਹਾੜ ਦਾ ਜਿਹੜਾ ਮਹੀਨਾ ਹੈ ਬੜਾ ਹੀ ਤਪਸ਼ ਵਾਲਾ ਹੈ, ਗਰਮੀ ਵਾਲਾ ਹੈ, ਅੱਗ ਵਰਸਦੀ ਹੈ, ਲੂੰ ਵਗਦੀ ਹੈ। ਇਹ ਸੰਸਾਰ ਦੇ ਲੋਕੋ ਯਾਦ ਰੱਖਣਾ, ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਇਸ ਸੂਰਜ ਦੇ ਤਪਸ਼ ਦੇ ਨਾਲ ਤੇ ਕਾਮ ਕ੍ਰੋਧ ਦੇ ਅੱਗ ਦੇ ਜਵਾਲਾਮੁਖੀ ਦੇ ਨਾਲ ਉਹ ਲੋਕੀ ਜਲਦੇ ਨੇ, ਸੜਦੇ ਨੇ, ਮਚਲਦੇ ਨੇ। ਜਿਨ੍ਹਾਂ ਦੇ ਕੋਲ ਪਰਮਾਤਮਾ ਵਾਹਿਗੁਰੂ ਦਾ ਨਾਮ ਨਹੀਂ ਹੈ, ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਪ੍ਰਭੂ ਨਿਰੰਕਾਰ ਪਰਮਾਤਮਾ ਦਾ ਨਿਵਾਸ ਨਹੀਂ ਹੈ, ਉਹ ਸੜਦੇ ਨੇ, ਮਚਲਦੇ ਨੇ। ਆਸਾੜ ਤਪੰਦਾ ਤਿਸ ਲਗੈ। ਹਾੜ ਦਾ ਮਹੀਨਾ ਤਪਸ਼ ਵਾਲਾ ਤਿਨਾਂ ਨੂੰ ਲੱਗਦਾ ਹੈ, ਉਹ ਮਹਿਸੂਸ ਕਰਦੇ ਨੇ ਕਿ ਬੜੀ ਅੱਗ ਵਰਸਦੀ ਹੈ, ਬਹੁਤ ਤਪਸ ਵਾਲਾ ਮਹੀਨਾ ਹੈ। ਹਰ ਨਾ ਹੋ ਨਾ ਜਿਨ੍ਹਾਂ ਪਾਸ, ਜਿਨ੍ਹਾਂ ਦੇ ਕੋਲ, ਜਿਨ੍ਹਾਂ ਦੇ ਪੱਲੇ, ਜਿਨ੍ਹਾਂ ਦੇ ਹਿਰਦੇ, ਜਿਨ੍ਹਾਂ ਦੇ ਰਸਨਾ 'ਚ ਹਰ 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 ਨਾਮ ਨਹੀਂ, ਤੇ ਹਰੀ ਪਰਮਾਤਮਾ ਪਤੀ ਨਾ ਹੋ, ਪਰਮੇਸ਼ਰ ਨਹੀਂ। ਐਸੇ ਜਿਹੜੇ ਗੁਰੂ ਤੋਂ, ਹਰੀ ਪਰਮੇਸ਼ਰ ਦੇ ਨਾਮ ਤੋਂ, ਪਰਮ ਸ਼ਾਂਤੀ ਦੇਣ ਵਾਲਾ ਪਰਮ ਪਿਤਾ ਪਰਮਾਤਮਾ ਤੋਂ ਜਿਹੜੇ ਵਿਛੜੇ ਨਿਖੜੇ ਹੋਏ ਟੁੱਟੇ ਹੋਏ ਲੋਕ ਨੇ, ਉਹ ਵਿਚਾਰੇ ਇਸ ਸੰਸਾਰ ਦੇ ਅੱਗ ਦੇ ਵਿੱਚ, ਆਂਚ ਵਿੱਚ ਲੱਗ ਕਰਕੇ ਤੜਫਦੇ ਤੇ ਹਾਏ ਹਾਏ ਕਰਲਾਂਦੇ, ਦੁਖੀ ਹੁੰਦੇ, ਬਿਲਕਦੇ ਹੈ। ਜਗ ਜੀਵਨ ਪੁਰਖ ਤਿਆਗ ਕੈ। ਜਿਨ੍ਹਾਂ ਨੇ ਜਗਤ ਜੀਵਨ ਪੁਰਸ਼ ਪਰਮਾਤਮਾ
ਵਾਹਿਗੁਰੂ ਦਾ ਤਿਆਗ ਕੀਤਾ ਹੈ ਭਾਈ। ਮਾਨਸ ਸੰਧਿਆਸ ਪਰਮਾਤਮਾ ਵਾਹਿਗੁਰੂ ਨਿਰੰਕਾਰ ਪਰਮ ਪਿਤਾ ਦੀ ਆਸਾ ਨੂੰ ਛੱਡ ਕੇ ਮਨੁੱਖਾਂ ਦੀ ਜੋ ਆਸ ਕਰਦੇ ਹੈ, ਦੇਣ ਵਾਲਾ ਦਾਤਾ ਤੇ ਪ੍ਰਮਾਤਮਾ ਹੈ, ਪਰ ਕੁਝ ਇਹ ਜੇ ਸਾਕਤ ਨਿੰਦਕ ਵਿਸ਼ਵਾਸਘਾਤੀ ਮਨਮੁਖ ਨੇ ਰੱਬ ਦੀਆਂ ਬਖਸ਼ਾਂ ਨੂੰ ਪਾ ਕਰਕੇ, ਰੱਬ ਦੀਆਂ ਬਰਕਤਾਂ ਨੂੰ ਪਾ ਕਰਕੇ, ਰੱਬ ਦੇ ਬਖਸ਼ੇ ਹੋਏ ਸੁੱਖ ਨੂੰ ਪਾ ਕਰਕੇ ਪਰਮਾਤਮਾ ਦਾ ਸ਼ੁਕਰਾਨਾ ਧੰਨਵਾਦ ਕਦੇ ਨਹੀਂ ਕਰਦੇ। ਐਸੇ ਜਿਹੜੇ ਨਾਸਤਕ ਦੁਰਾਚਾਰੀ ਲੋਕ ਨੇ, ਜਿਹੜੇ ਕਿ ਮਾਇਆਵਿਕੀ ਬੰਦਿਆਂ ਦੀ ਆਸ ਵਿੱਚ ਜਿਉਂਦੇ ਨੇ ਕਿ ਨਹੀਂ ਵੀ ਸਾਨੂੰ ਰੱਬ ਨੇ ਥੋੜੀ ਕੁਝ ਦੇਣਾ ਹੈ, ਸਾਨੂੰ ਤੇ ਫਲਾਣੇ ਬੰਦੇ ਨੇ ਨੌਕਰੀ ਦੇਣੀ ਹੈ, ਦਰਵਾਹ ਦੇਣੀ ਹੈ, ਤਨਖਾਹ ਦੇਣੀ ਹੈ, ਪੈਸਾ ਦੇਣਾ, ਟੱਬਰ ਵਾਸਤੇ ਲੀੜੇ ਕੱਪੜੇ ਧਨ ਦੌਲਤ ਦੇਣਾ ਹੈ। ਮਾਨਸ ਸੰਧਿਆਸ ਮਨੁੱਖਾਂ ਦੀ ਜੋ ਆਸ ਕਰਦੇ ਹੈ, ਉਹ ਭਾਈ ਪਿਆਰਿਓ ਇਹ ਸੰਸਾਰ ਦੇ ਕਾਮ ਕ੍ਰੋਧ ਲੋਭ ਦੇ ਵਿਸ਼ਿਆਂ ਦੇ ਅੱਗ ਵਿੱਚ ਜਲਦੇ ਨੇ, ਸੂਰਜ ਦੇ ਅੱਗ ਤਪਸ ਵਿੱਚ ਜਲਦੇ ਨੇ। ਮਰਨ ਤੋਂ ਬਾਅਦ ਬੈਤਰਨੀ ਨਦੀ 100 ਯੋਜਨ ਅਗਨ ਦਾ ਕੁੰਟ, ਉਸ ਅੱਗ ਵਿੱਚ ਪੈ ਕਰਕੇ ਸੜਦੇ ਹਨ ਜਿਹੜੇ ਮਨੁੱਖਾਂ ਦੀ ਆਸ ਕਰਦੇ, ਰੱਬ ਦੀ ਆਸ ਛੱਡ ਚੁੱਕੇ ਹੈ। ਦੁਇਆ ਪਹਾਏ ਵੇ ਗੋਚੀਆ, ਜਿਨ੍ਹਾਂ ਦੇ ਅੰਦਰ ਦੁਇਐ ਦੁਐਸ਼ ਦੀ ਭਾਵਨਾ ਹੈ ਵਸ ਚੁੱਕੀ, ਦੁਐਤ ਭਾਵਨਾ, ਦੁਐਸ਼ ਈਰਖਾ, ਇਸ ਭਾਵਨਾ ਕਰਕੇ ਭਾਈ ਪਿਆਰਿਓ ਬਿਗੁਚਿਆ ਜ਼ਿੰਦਗੀ ਬਰਬਾਦ ਹੁੰਦੀ ਹੈ, ਤਬਾਹ ਹੁੰਦੀ ਹੈ। ਜਿਨ੍ਹਾਂ ਨੇ ਦੁਬਦਾ ਮਾਰਿਆ ਹੈ, ਗੁਰੂ ਸਾਹਿਬ ਜੀ ਨੇ ਕਿਹਾ ਕਿ ਦੁਬਦਾ ਦੂਰ ਕਰੋ ਲਿਵ ਲਾਈ, ਜੇ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ। ਦੁਬਦਾ ਮਾਰ, ਸਾਡੇ ਲੋਕਾਂ ਦੇ ਅੰਦਰ ਦੁਬਦਾ ਮਿਟਦੀ ਨਹੀਂ ਹੈ, ਜਿਸ ਕਰਕੇ ਗੁਰੂ ਪੰਚਮ ਪਿਤਾ ਜੀ ਸਾਫ਼ ਨਿਰਣੇ ਵਿੱਚ ਕਹਿ ਰਹੇ ਹੈ ਕਿ ਦੁਇ ਭਾਏ ਬਿਗੋਚੀਐ, ਦੁਐਸ਼ ਦੀ ਭਾਏ ਭਾਵਨਾ ਕਰਕੇ ਮਨੁੱਖ ਜੀਵ ਆਤਮਾ ਬਿਗੋਚੀਐ, ਬਰਬਾਦ ਖਰਾਬ ਹੀ ਹੁੰਦਾ ਹੈ। ਗਲ ਪਾਏ ਸੋ ਜਮ ਕੇ ਫਾਸ, ਬੇਚਾਰਾ ਲਾਚਾਰ ਜੀਵ ਦੁਐਸ਼ ਭਾਵਨਾ ਦੇ ਨਾਲ ਵੱਜਾ ਹੋਇਆ ਜਿਹੜਾ ਮਨੁੱਖ ਹੈ, ਉਹ ਇਹ ਸੰਸਾਰ ਜੀਵਨ ਸਫਰ ਵਿੱਚ ਵੀ ਦੁੱਖ ਭੋਗਦਾ ਰਹਿੰਦਾ ਹੈ, ਕੋਈ ਨਾ ਕੋਈ ਜੀਵਨ 'ਚ ਦੁੱਖ ਬਣਿਆ ਰਹਿੰਦਾ ਹੈ, ਤੇ ਮਰਨ ਤੋਂ ਬਾਅਦ ਉਹ ਜਮਾਂ ਦੇ ਫਾਹੀ ਵਿੱਚ ਜਾ ਕੇ ਫਸ ਜਾਂਦਾ ਹੈ। ਗਲ ਪਈ ਸੋ ਜਮ ਕੀ ਫਾਸ। ਇਸ ਵਾਸਤੇ ਭਾਈ ਦੁਬਦਾ ਦੇ ਕਾਰਨ ਇਹ ਮਨੁੱਖ ਇਨਸਾਨ ਜੀਵ ਗੁਰਸਿੱਖਾ ਤੇਰਾ ਬੜਾ ਭਾਰੀ ਨੁਕਸਾਨ ਹੋ ਰਿਹਾ ਹੈ, ਦੁਬਦਾ ਛੋੜ ਦੇ। ਸਤਿਗੁਰੂ ਜੀ ਨੇ ਕਿਹਾ, ਗੁਰੂ ਨੇ ਬਚਨ ਫਰਮਾਇਆ ਹੈ ਕਿ ਭਾਈ ਇਹ ਦੁਬਦਾ ਜੋ ਹੈ ਨਾ ਤੈਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ, ਛੱਡ ਸਕਦਾ ਤੇ ਛੱਡ ਦੇ। ਤੇਰੇ ਅੰਦਰ ਦੁਬਦਾ ਦੁਚਿੱਤਾਪਨ ਕਦੋਂ ਪੈਦਾ ਹੁੰਦਾ? ਜਦ ਤੂੰ ਮਾਇਆ ਦੇ ਰੰਗ ਤਮਾਸ਼ਿਆਂ ਨੂੰ ਦੇਖਦਾ ਹੈ, ਮਾਇਆ ਦੇ ਝੂਠੇ ਹਾਵ ਭਾਵ ਰੰਗ ਬਰੰਗੀ ਵਸਤੂਆਂ ਨੂੰ ਤੂੰ ਵੇਖਦਾ ਹੈ, ਉਦੋਂ ਤੋਂ ਤੇਰਾ ਮਨ ਮਾਇਆ ਦੇ ਚਮਤਕਾਰਿਆਂ ਨੂੰ ਵੇਖ ਕਰਕੇ ਮਨ ਰੱਬ ਦੇ ਰਾਹਾਂ ਨੂੰ ਭੁੱਲ ਜਾਂਦਾ, ਭਗਤੀ ਬੰਦਗੀ ਸੇਵਾ ਸਤਸੰਗ ਨੂੰ ਮਨ ਤਿਆਗ ਜਾਂਦਾ ਹੈ, ਔਰ ਮਾਇਆ ਦੇ ਝੂਠੇ ਪਦਾਰਥਾਂ ਦੇ ਵੱਲ ਮਨ ਚੱਲ ਪੈਂਦਾ ਹੈ।
ਇਹੀ ਤੇ ਗੱਲ ਹੈ ਕਿ ਜੋ ਕੂੜਾ ਰੰਗ ਕਸੁੰਭ ਕਾ ਥੋੜਿਆ ਦਿਨ ਚਾਰ ਜਿਉ, ਇਹਦੇ ਮਗਰ ਜਾਣਾ ਤੇ ਰੱਬ ਦੇ ਨਾਮ ਨੂੰ ਛੱਡਣਾ, ਇਸੇ ਦਾ ਨਾਮ ਹੀ ਦੁਬਦਾ ਹੈ। ਗੁਰੂ ਮਹਾਰਾਜ ਜੀ ਨੇ ਫਰਮਾਇਆ ਕਿ ਮਨ ਕੀ ਮਤ ਤਿਆਗੋ ਹਰ ਜਨ, ਗੁਰ ਕੀ ਮਤ ਤੂੰ ਲੇਹ ਇਆਨੇ, ਆਪਦੀ ਮਤ ਨੂੰ ਛੱਡ ਤੇ ਗੁਰੂ ਦੀ ਮਤ ਲੈ। ਗੁਰੂ ਦੀ ਮਤ, ਗੁਰੂ ਦਾ ਉਪਦੇਸ਼ ਇਹੀ ਹੈ ਕਿ ਮਨ ਦੇ ਅੰਦਰ ਤੇਰੇ ਦੁਬਦਾ ਕਰਕੇ ਤੂੰ ਬਰਬਾਦ ਹੋ ਰਿਹਾ, ਇਸ ਨੂੰ ਪਹਿਲਾਂ ਛੱਡ। ਤੂੰ ਇਹ ਦ੍ਰਿੜ ਕਰ ਲੈ, ਪੱਕਾ ਕਰ ਲੈ ਕਿ ਜੋ ਜੀਵਨ ਸਫ਼ਰ ਵਿੱਚ ਸੁੱਖ ਮਿਲੇ, ਦੁੱਖ ਮਿਲੇ, ਖੁਸ਼ੀ ਮਿਲੇ, ਗਮੀ ਮਿਲੇ, ਉਸ ਨੂੰ ਸਵੀਕ੍ਰਿਤ ਕਰ ਲੈ, ਸਵੀਕਾਰ ਕਰ ਲੈ ਭਾਈ, ਅੰਗੀਕਾਰ ਕਰ ਲੈ, ਭਾਣਾ ਮੰਨ ਲੈ, ਸੁਖੀ ਰਵੇਂਗਾ। ਸਾਹਿਬ ਸਤਿਗੁਰੂ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਖਦੇ ਹਨ, ਦੁਇਐ ਭਾਏ ਬਿਗੋਚੀਐ, ਗਲ ਪਈ ਸੋ ਜਮ ਕੀ ਫਾਸ। ਜਿਨ੍ਹਾਂ ਲੋਕਾਂ ਨੇ ਦੁਆਇਸ਼ ਭਾਵਨਾ ਨੂੰ ਅਪਣਾਇਆ ਹੈ ਔਰ ਕਦੇ ਵੀ ਗੁਰਮਤ ਦੇ ਰਾਹ 'ਚ ਨਹੀਂ ਚੱਲਦੇ, ਆਪਣੀ ਮਤ ਨੂੰ ਨਹੀਂ ਤਿਆਗਦੇ, ਐਸੇ ਮਨਮੁਖ ਲੋਕ ਬਗੁਚੇ ਜ਼ਿੰਦਗੀ ਨੂੰ ਬਰਬਾਦ ਕਰ ਜਾਂਦੇ, ਤਬਾਹ ਕਰ ਜਾਂਦੇ ਨੇ ਔਰ ਅੰਤ ਨੂੰ ਜਮ ਦੇ ਫਾਹੀ ਫਾਸੀ ਜਾ ਫਸ ਜਾਂਦੇ ਹਨ। ਜਿਹਾ ਬੀਜਾ ਸੋ ਲੁਣਾ। ਦੁਬਦਾ ਭਾਵਨਾ ਕਰਕੇ ਕਦੇ ਵੀ ਮਨੁੱਖ ਜਿਹੜਾ ਹੈ ਚੰਗੇ ਕਰਮਾਂ ਨੂੰ ਕਰਦਾ ਨਹੀਂ ਹੈ, ਚੰਗੀ ਫਸਲ ਬੀਜ ਨਹੀਂ ਸਕਦਾ। ਦੁਬਦਾ ਕਰਕੇ ਆਖਰਕਾਰ ਮਨੁੱਖ ਦੁਬਦਾ ਦੇ ਵਿੱਚ ਪਿਆ ਹੋਇਆ, ਸੋਚਾਂ 'ਚ ਪਿਆ ਰਹਿੰਦਾ, ਇਹ ਕਰਾਂ ਕਿ ਨਾ, ਇੱਧਰ ਜਾਵਾਂ ਕਿ ਨਾ, ਨਾਮ ਜਪਾਂ ਕਿ ਨਾ, ਅੰਮ੍ਰਿਤ ਛਕਾਂ ਕਿ ਨਾ। ਕਈ ਵਾਰੀ ਸੋਚਦਾ ਹੈ ਜਿਹੜੇ ਨਾਮ ਜਪਦੇ ਆ, ਭਗਤੀ ਕਰਦੇ ਆ, ਬੰਦਗੀ ਕਰਦੇ ਆ, ਧਰਮ ਦੇ ਰਾਹੇ ਤੇ ਚੱਲਦੇ ਆ, ਬੜੇ ਦੁਖੀ ਨੇ ਵਿਚਾਰੇ, ਬੜੇ ਲਾਚਾਰ ਨੇ, ਬੜੇ ਮਜਬੂਰ ਨੇ, ਮਾਇਆ ਨਹੀਂ, ਧਨ ਨਹੀਂ, ਦੌਲਤ ਨਹੀਂ, ਸ਼ੋਹਰਤ ਨਹੀਂ, ਸੁੱਖ ਨਹੀਂ। ਤੇ ਜਦੋਂ ਮਾਇਆ ਦੇ ਚਮਤਕਾਰੇ ਵੱਲ ਵੇਖਦਾ ਹੈ, ਕਹਿੰਦੇ ਦੇਖ ਲਓ ਜਿਨ੍ਹਾਂ ਦੇ ਪੱਲੇ ਧਨ ਹੈ, ਦੌਲਤ ਹੈ, ਮਾਇਆ ਹੈ, ਉਹ ਐਸ਼ ਕਰਦੇ ਹਨ, ਬਹੁਤ ਹੀ ਸੁਖੀ ਜੀਵਨ ਬਤੀਤ ਕਰਦੇ ਹੈ। ਦਰਅਸਲ ਵਿੱਚ ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਹਨ, ਦੁਖੀ ਰਹਿਤ ਹਰ ਸੰਤ, ਉਹ ਮਾਇਵਕੀ ਪਦਾਰਥਾਂ ਨੂੰ ਨਹੀਂ ਚਾਹੁੰਦੇ, ਨਹੀਂ ਚਾਹੁੰਦੇ ਔਰ ਸੰਸਾਰ ਦੇ ਲੋਕਾਂ ਦੇ ਦ੍ਰਿਸ਼ਟੀ ਦੇ ਸਾਹਮਣੇ, ਵਿਚਾਰ ਦੇ ਸਾਹਮਣੇ ਦੁਖੀ ਰਹਿੰਦੇ ਆ। ਵਾਸਤਵ ਦੇ ਵਿੱਚ ਦੁਖੀ ਨਹੀਂ ਰਹਿੰਦੇ, ਉਹ ਆਤਮਿਕ ਆਨੰਦ ਸੁੱਖ ਦੇ ਵਿੱਚ ਅਰੂੜਤ ਰਹਿੰਦੇ ਹੈ। ਇਹ ਦਿਖਾਵੇ ਮਾਇਆ ਦੇ ਭਰਮਾਏ ਹੋਏ ਮੋਹ ਲਾਲਚ ਵਿੱਚ ਕਦੇ ਪਰਿਵਰਤਨ ਨਹੀਂ ਹੁੰਦੇ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ ਕਿ ਐਸੇ ਜਿਹੜੇ ਦੁਬਦਾ ਵਿੱਚ ਪਏ ਹੋਏ ਲੋਕ ਨੇ, ਉਹਨਾਂ ਦੇ ਗਲਾਂ ਵਿੱਚ ਜਮਾਂ ਦੀ ਫਾਹੀ ਪੈਂਦੀ ਹੈ। ਅਗਲੀ ਪੰਗਤੀ ਵਿੱਚ ਕਹਿੰਦੇ ਆ, ਜਿਹਾ ਬੀਜਾ ਸੋ ਲੁਣਾ। ਵਿਚਾਰੇ ਲਾਚਾਰ ਜਿਹੇ ਜੇ ਉਹਨਾਂ ਨੇ ਕਰਮ ਕੀਤੇ ਨੇ, ਜਿਹਾ ਬੀਜੈ ਸੋ ਲੁਣਾ। ਜੇ ਤੁਸੀਂ ਚਾਹੋ ਕਿ ਮੈਂ ਤਾਂ ਜੀ ਗ੍ਰਸਤੀ ਹੋ ਕੇ ਜੋ ਕੁਝ ਕਰ ਬੈਠਾ ਗਲਤ ਸੀ, ਪਰ ਮੈਂ ਹੁਣ ਗ੍ਰਸਤੀ ਸਾਂ ਤੇ ਮੈਨੂੰ ਸਮਾਜ ਦੇ ਬੰਧਨ ਪਏ ਹੋਏ ਸਨ, ਮੈਂ ਕੀ ਕਰਦਾ। ਮੈਂ ਤਾਂ ਨਹੀਂ ਸੀ ਚਾਹੁੰਦਾ ਐਸਾ ਕੁਝ ਕਰਨ ਲਈ, ਪਰ ਸਮਾਜ ਦੇ ਦਬਾਅ ਵਿੱਚ ਆ ਕੇ, ਰਿਸ਼ਤੇਦਾਰਾਂ ਦੇ ਦਬਾਅ ਵਿੱਚ ਆ ਕਰਕੇ ਮੈਂ ਆਪਣੀ ਨੱਕ ਬਚਾਉਣ ਲਈ ਐਸਾ ਕੁਝ ਕੀਤਾ। ਪਰ ਕੀਤਾ ਤਾਂ ਹੈ ਨਾ, ਤੇ ਹੁਣ ਜਿਹੜਾ ਤੂੰ ਕੀਤਾ ਉਹਦਾ ਤਾਂ ਭਾਈ ਤੈਨੂੰ ਫਲ ਮਿਲਣਾ ਹੀ ਹੈ। ਤੂੰ ਆਰੋਪ ਕਿਸੇ ਤੇ ਵੀ ਲਾ, ਸਮਾਜ ਤੇ ਲਾ, ਰਿਸ਼ਤੇਦਾਰਾਂ ਤੇ ਲਾ, ਕੁੱਲ ਦੀ ਸਾਨੋ ਸ਼ੌਕਤ ਬਚਾਉਣ ਦੇ ਵਾਸਤੇ ਕੀਤਾ, ਐਸਾ ਕੁਝ ਕਰ, ਪਰ ਕੀਤਾ ਤੇ ਤੂੰ ਹੀ ਹੈ ਨਾ। ਤੇ ਜਿਹਾ ਬੀਜੈ ਸੋ ਲੁਣੈ।
ਸਾਹਿਬ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ ਬਾਬਾ ਫਰੀਦ ਜੀ ਦੇ ਰਸਨਾ ਤੋਂ। ਫਰੀਦਾ ਲੋੜੇ ਦਾ ਖੂਬ ਜੋਰੀਆਂ ਕਿ ਕਰ ਬਿਜੈ ਜੱਟ ਹੰਡੇ ਉਨ ਕਤਾਇਂਦਾ ਪੈਂਦਾ ਲੋੜੈ ਪਟ ਜਿਹਾ ਬੀਜੈ ਸੋ ਲੁਣੈ। ਆਪੇ ਬੀਜ ਆਪੇ ਹੀ ਖਾਓ। ਧਰਮ ਦੇ ਬੀਜ ਚੰਗੇ ਬੀਜੇ ਹੋਣਗੇ ਤਾਂ ਭਾਈ ਤੇਰੀ ਆਤਮਾ ਧਾਰਮਿਕ ਅਖਾਊਗੀ। ਜੇ ਭਾਈ ਪਾਪਾਂ ਦੇ ਕੁਕਰਮ ਕੀਤੇ ਨੇ ਤੇ ਤੇਰੀ ਆਤਮਾ ਪਾਪਾਂ ਵਾਲੀ ਹੋਊਗੀ, ਪਾਪ ਆਤਮਾ ਕਹਾਊਗੀ। ਹੁਣ ਬੀਜ ਤੈਨੇ ਕਹਿ ਜਾ ਬੀਜਣਾ, ਇਹ ਨਿਰਣਾ ਤੈਨੇ ਕਰਨਾ ਹੈ। ਸੰਸਾਰ ਦੇ ਅੰਦਰ ਲੋਕ ਸੋਚਦੇ ਘੱਟ ਨੇ, ਕਹਿੰਦੇ ਦੇਖੀ ਜਾਓ ਕਰ ਲੋ ਕੀ ਹੁੰਦਾ। ਬਖਤ ਤਾਂ ਸੰਭਾਲ ਲੋ ਨਾ, ਹੁਣ ਤੇ ਕਰ ਲੋ ਜੋ ਮਰਜ਼ੀ ਹੋਊ ਤੇ ਮਗਰੋਂ ਸੰਭਾਲਾਂਗੇ। ਇਸ ਤਰ੍ਹਾਂ ਇੱਕ ਗੁਨਾਹ, ਦੋ ਗੁਨਾਹ, ਫਿਰ ਕਈ ਗੁਨਾਹ ਤੇ ਗੁਨਾਹ ਕਰਦਾ ਜਾਂਦਾ ਹੈ। ਕਰਦਾ ਸਾਧ ਸੰਗਤ ਜੀ ਪਾਪ ਦਾ ਬੇੜਾ ਭਰ ਜਾਂਦਾ ਹੈ ਤੇ ਸਾਧ ਸੰਗਤ ਫਿਰ ਮੁੜ ਕੇ ਡਾਮਾਡੋਲ ਹੁੰਦਾ ਤੇ ਕਹਿੰਦਾ ਓਹੋ ਹੋ ਇਹ ਮੈਂ ਬਹੁਤ ਕੁਝ ਗਲਤ ਕਰ ਬੈਠਾ, ਹੁਣ ਕੀ ਹੋਊਗਾ। ਤੇ ਸਿਆਣਿਆਂ ਦਾ ਕਹਾਵਤ ਹੈ ਅਬ ਪਛਤਾਏ ਕਿਆ ਹੋਤ ਜਬ ਚਿੜੀਆਂ ਚੁਗੀਆਂ ਖੇਤ। ਸਮਾਂ ਖਤਮ ਹੋ ਗਿਆ, ਜ਼ਿੰਦਗੀ ਗੁਜ਼ਰ ਗਈ, ਪਾਪ ਦੇ ਲੱਦਾ ਲੱਦ ਗਿਆ, ਭਾਰਾ ਭਰ ਗਿਆ। ਹੁਣ ਭਾਈ ਤੂੰ ਸਹੁ ਜਿਹੜੇ ਭਾਰੀ ਏ ਜੈਸਾ ਤੂੰ ਕੀਤਾ ਨਾ ਆਪੀ ਨੇ ਭੋਗ ਭੋਗ ਕਹਿ ਹੋਏ ਭਸਮਣ ਭੌਰ ਸਦਾਇਆ। ਵੱਡਾ ਹੁਆ ਦੁਨੀਦਾਰ ਗਲ ਸੰਗਲ ਘਰ ਚਲਾਇਆ ਅੱਗੇ ਕਰਨੀ ਕੀਰਤ ਬਾਚੀਐ ਬੈ ਲੇਖਾ ਕਰ ਸਮਝਾਇਆ। ਥਾ ਨਾ ਹੋਵੇਂ ਪਾਉਂਦੀ ਹੁਣ ਸੁਣੀਏ ਕਿਆ ਰੁਆਇਆ। ਜਿਹਾ ਬੀਜੈ ਸੋ ਲੁਣੈ ਜਿਹੋ ਜਿਹਾ ਤੈਨੇ ਬੀਜ ਬੀਜੇ ਸਨ, ਕਰਮ ਕੀਤੇ ਸਨ, ਉਹ ਜਿਹਾ ਤੈਨੇ ਫਸਲ ਵੱਢਣਾ ਹੀ ਪੈਣਾ ਹੈ। ਸਜ਼ਾ ਤੈਨੂੰ ਉਹ ਜਿਹੀ ਮਿਲਣੀ ਹੈ। ਮੱਥਾ ਜੋ ਲਿਖਿਆਸ ਹੇ ਭਰਾ ਹੇ ਵੀਰੇ ਐ ਜਗਿਆਸੂ, ਮੱਥੇ ਜੋ ਤੂੰ ਲਿਖਾ ਲਿਆ ਹੈ ਪਾਪਾਂ ਦਾ ਲੇਖ, ਉਹ ਲੇਖ ਤਾਂ ਹੁਣ ਮਿਟੂਗਾ ਨਹੀਂ ਨਾ। ਲੇਖ ਨਾ ਮਿਟਈ ਹੈ ਸਖੀ। ਭਾਈ ਪਿਆਰਿਆ ਜੋ ਕੋ ਕਰਮਾਂ ਦੇ ਤੂੰ ਮੱਥੇ ਤੇ ਦਾਗ ਲਵਾ ਲਿਆ ਚੱਲਿਆ, ਜੋ ਮੂੰਹ ਦੇ ਵਿੱਚ ਕਾਲਖ ਦਾ ਦਾਗ ਲਗਾ ਕੇ ਚੱਲਦਾ ਤੇ ਉੱਤੇ ਮਿਟਣਾ ਕੋਈ ਨਾ। ਸਤਿਗੁਰੂ ਨੇ ਬਹੁਤ ਵਾਰੀ ਸਮਝਾਇਆ ਇਸ ਜੀਵ ਦੇ ਤਾਈਂ। वो वीरा ये कहा कि भाई ऐसा कम मोले ना कीचे जित अंत पछोताई है। पर जान बूझ के बावरे तै काज बिगाड़ियो, जानदा समझदा अकल है इन्नी को तां, पर फिर भी उन्हां को कर्मां तो कदे बाज नहीं आउंदा, हटदा नहीं है। महाराज गुरु पंचम पिता साहिब गुरु अर्जन देव जी कहिंदे आ ਜਿਹਾ ਬੀਜੈ ਸੋ ਲੁਣੈ। ਮੱਥੇ ਜੋ ਲਿਖਿਆਸ, ਜੋ ਇਹਦੇ ਮੱਥੇ ਤੇ ਕੋ ਕਰਮਾਂ ਦਾ ਲਿਖ ਪਿਆ ਸੀ, ਹੁਣ ਉਹ ਜਿਹੀ ਫਸਲ ਵੱਢਦਾ ਕੋ ਕਰਮਾਂ ਦੀ ਸਜ਼ਾ ਭੁਗਦਾ ਹੈ। ਰਣ ਵਿਹਾਣੇ ਪਛਤਾਣੇ। ਇਹ ਜਿਹੜੀ ਉਮਰ ਰੂਪੀ ਰਾਤ ਸੀ ਇਹਦੀ ਬਿਹਾਣੀ ਲੰਘ ਚੁੱਕੀ ਹੈ, ਬੀਤ ਚੁੱਕੀ ਹੈ, ਗੁਜ਼ਰ ਚੁੱਕੀ ਹੈ। ਕਾਸ਼ ਕੇ ਜ਼ਿੰਦਗੀ ਰੂਪੀ ਰਾਤ ਦੇ ਹੁੰਦਿਆਂ ਹੁੰਦਿਆਂ ਕੁਝ ਕਰ ਲੈਂਦਾ ਤੇ ਕਰ ਲੈਂਦਾ। ਹੁਣ ਤੇ ਸਾਧ ਸੰਗਤ ਜੀ ਬਹੁਤ ਬੀਤੀ ਥੋੜੀ ਰਹੀ, बीत गई है, बीतनी है। जो दिन आवे सो दिन जाही। दिन ते पहर, पहर ते घरियां। समय ने किसी का इंतजार थोड़ी करना है। असीं कहने आ खड़ो जाओ जी, रुक जाओ जी, ठहर जाओ जी। वो भाई बंदा ठहर जाऊगा, समय ने थोड़ी रुकना है। बहुत सारे साधु महात्मा महापुरुष गुरु घर दे संत पुरुष कहते आ कि भाई तू नादानी ना वरत, अनगहली ना कर, संभल जा अमृत छक ले। अजी बाबा जी महापुरुषो ज्ञानी जी सिंह साहब खड़ो जाओ, हाँ ठहर तो जो थोड़ा जा समा तो दो मैनू, मैं जरा संभल जावा ते अमृत छक लूँगा। वो भलिया तेरे संभल दिया की पता तू हरिहर हो जावे है, दुनिया ही छड़ जावे। फिर जो किछ करे सोई अबसार,
फिर पछतावो ना पावो पार। इसलिए कर लो जड़ा कुछ करना। गुरु पंचम पातशाह जी आखदे है ਰਹਿਣ ਵਿਹਾਣੇ ਪਛਤਾਣੇ। वरना नहीं तो जान लो समझो जो उम्र रूपी रात है थोड़ी लंघ जूगी ना, बीत जाऊगी ते मौत दा दिन चढ़े आवेगा, फिर मगरों पछतावोगे। उठ चले गए निराश। हाँ फिर तो कूच करके जाना ही पवेगा ना। आए जो और चली गई निराश, फिर तुसी सोचते रहोगे मैं जो सोचा सी हो ही नहीं गल, है ना। चलियो जुआरी दोए हथ चार। ਸਵਾਸਾਂ ਦੀ ਪੂੰਜੀ ਪ੍ਰਮਾਤਮਾ ਦੇ ਬਖਸ਼ਿਸ਼ ਪਾਲੋਂ ਲੈ ਕੇ ਆਏ ਸੀਗੇ। ਉਹਨਾਂ ਸਵਾਸਾਂ ਦੀ ਪੂੰਜੀ ਨੂੰ ਬੇਕਾਰ ਦੇ ਕੰਮਾਂ ਵਿੱਚ ਲਾ ਕੇ ਗਵਾ ਦਿੱਤਾ ਵਾ। ਸਵਾਸਾਂ ਦੀ ਪੂੰਜੀ ਸਾਰੀ ਇੱਥੇ ਮਾਇਆ ਵਿੱਚ ਬਾਜੀ ਵਿੱਚ ਹਾਰ ਕਰਕੇ ਉੱਠ ਚੱਲੀ ਗਈ ਨਿਰਾਸ਼। ਕੋਈ ਖਟਿਆ ਨਹੀਂ, ਨਾ ਹਰ ਭਜਿਓ ਨਾ ਖਤ ਫਟਿਓ, ਕਾਲ ਪਹੁੰਚਿਓ ਆਏ। ਕਹਿੰਦਾ ਸੀ ਠਹਿਰ ਜਾਓ, ਖੜੋ ਜਾਓ, ਰੁਕ ਜਾਓ, ਸਮਾਂ ਦਿਓ ਜਰਾ। ਹੋਣਾ ਕੀ ਸੀ? कुछ भी नहीं होया। रैन बिहानी पछतानी उठ चली गई निराश। उम्र रूपी रात लंघी है, पछताउंदी जीव रूपी इस्त्री ने इस संसार दे सरां दे विचों कूच कर जाना। फिर देखो बंदा चलिया चौं जणियां दे कन। सतगुरु दे प्यारिओ तिन्हां प्यारां भाइयां अगे दिता बन। फिर घर दे बंदियां ने कढ़ लैना इनू भी हुण ते विचारा ये मृतक पंज भूतक शरीर है, हुण ते मर गया, घरों कढ़ो, बाहर ले जा करके अंतिम संस्कार दाह संस्कार करे आइए। और चली गई निराश। जैसा विचारा आया सी कुछ खट्टी करन दी मनसा विच, पर कुछ खट्टी ना कीती, कमाई ना कीती, भगती ना कीती, कुछ कीता ना जीवन च, ते निराशा होके आसाहीन हो करके सारी श्वासां दी पूंजी नूं बेकारां विच गवा के खाली हथ चला जांदा है जीव। जिन को साधु भेटिया। ਉਹ ਭਲੇ ਲੋਕ ਨੇ ਜਿਨ੍ਹਾਂ ਦੇ ਜੀਵਨ ਸਫਰ ਵਿੱਚ ਸਾਧੂ ਸਤਿਗੁਰੂ ਮਿਲ ਪੈਂਦੇ ਹੈ। ਸੋ ਦਰਗਹ ਹੋਏ ਖਲਾਸ। ਸਾਧੂ ਸਤਿਗੁਰਾਂ ਦੀ ਸੰਗਤ ਜਿਨ੍ਹਾਂ ਨੂੰ ਨਸੀਬ ਹੋਈ ਹੈ ਨਾ, ਉਹ ਚੰਗੀ ਸੀਖ ਗੁਰੂ ਤੋਂ ਲੈਂਦੇ ਆ, ਸੰਤਾਂ ਤੋਂ ਲੈਂਦੇ ਆ, ਤੇ ਪਿਆਰਿਓ ਦਰਗਾਹਾਂ ਦੇ ਵਿੱਚ ਕੁਕਰਮਾਂ ਤੋਂ ਉਹ ਆਜ਼ਾਦ ਹੋ ਜਾਂਦੇ, ਛੁੱਟ ਜਾਂਦੇ ਹਨ। ਕਰ ਕਿਰਪਾ ਪ੍ਰਭ ਆਪਣੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਨੁੱਖ ਗੁਰਸਿੱਖ ਜਗਿਆਸੂ ਨੂੰ ਸਮਝਾਉਂਦਿਆਂ ਇਹ ਕਹਿਣਾ ਚਾਹੁੰਦੇ ਨੇ ਕਿ ਤੂੰ ਗੁਰੂ ਦੇ ਅੱਗੇ ਅਰਦਾਸ ਕਰ, ਤੂੰ ਗੁਰੂ ਦੇ ਅੱਗੇ ਪ੍ਰਾਰਥਨਾ ਕਰ, ਜੋਦੜੀ ਕਰ ਕਿਰਪਾ ਪ੍ਰਭ ਆਪਣੀ। हे ਪ੍ਰਮਾਤਮਾ ਮੇਰੇ ਤੇ ਤੂੰ ਆਪਣੀ ਮਿਹਰ ਕਰ, ਕਿਰਪਾ ਕਰ ਜੀ। ਤੇਰੇ ਦਰਸ਼ਨ ਹੋਏ ਪਿਆਸ। हे ਸੱਚਾ ਪਾਤਸ਼ਾਹ ਮੇਰੇ ਮਨ 'ਚ ਤੇਰੇ ਦਰਸ਼ਨਾਂ ਦੀ ਤਾਂਗ ਬਣੀ ਰਵੇ, ਪਿਆਸ ਬਣੀ ਰਵੇ। ਹੋਰ ਮੈਂ ਕੁਝ ਕਰਨ ਜੋਗਾ ਤਾਂ ਨਹੀਂ ਹੈ, पर दर्शन तेरा मैं करदा रवां ते कुछ ना कुछ तेरे दर्शनां दा मैनू फल मिल जाए। हे मेरे पातशाह, हे अकाल पुरख वाहिगुरु, मैं कुकर्मी पापी अधर्मी गुनाहगार विषय विकारी हाँ, पर मेरे ते ऐसी कृपा कर तेरे दर्शन हो जान। अंतिम समय दे विच दर्शन दे करके, दर्शन दे प्रभाव करके मेरे को कर्म अपने आप ही मिट जाणगे। जिमें कि गुरु सवारे हो मनुख नूं सर्दी लगदी है, ठंड लगदी है, पाड़े दे नाल आदमी दे हथ पैर कांपदे हुंदे है। ते प्यारिओ जिथे अग बलदी होवे ना, ते जिन्हें अग बाली है ते अग दे अंगीठे दे कोल जिहड़ा बैठा वा, और जिन्हें अग ना बाली होवे सुभावक ही उत्थे उस थां तो गुजरदा होवे या उत्थे आया होवे। जिन्हें अग बाली है ओहदी भी भाई
ਠੰਡ ਜਿਹੜੀ ਹੈ ਦੂਰ ਹੋ ਜਾਣੀ ਹੈ, ਤੇ ਜਿਹਨੇ ਨਹੀਂ ਬਾਲੀ ਉਹਦੀ ਵੀ ਠੰਡ ਦੂਰ ਹੋ ਜਾਣੀ ਹੈ। ਅੱਗ ਦਾ ਸੁਭਾਅ ਹੈ ਠੰਡਨ ਨੂੰ ਦੂਰ ਕਰਨਾ। ਇਸੇ ਤਰ੍ਹਾਂ ਗੁਰੂ ਦਾ ਦਰਸ਼ਨ ਹੈ ਪਾਪਾਂ ਨੂੰ ਦੂਰ ਕਰਨਾ, ਮਿਟਾਣਾ। ਜਿਵੇਂ ਸੂਰਜ ਦਾ ਸੁਭਾਵਕ ਕਿਰਿਆ ਹੈ ਕਿ ਹਨੇਰੇ ਨੂੰ ਮਿਟਾਉਣਾ, ਦੀਵੇ ਦਾ ਸੁਭਾਵਕ ਕਿਰਿਆ ਹੈ ਕਿ ਘਰ ਦੇ ਅੰਦਰ, ਕੋਠੀ ਦੇ ਅੰਦਰ ਅੰਧਕਾਰ ਨੂੰ ਖਤਮ ਕਰਨਾ। ਇਸੇ ਤਰ੍ਹਾਂ ਗੁਰੂ ਦਾ ਸੁਭਾਵਕ ਲਕਸ਼ਣ ਹੈ ਕਿ ਸਿੱਖ ਦੇ ਤਾਈਂ ਦਰਸ਼ਨ ਦੇ ਕੇ ਇਹਦੇ ਪਾਪਾਂ ਦੀ ਪ੍ਰਕਿਰਿਆ ਨੂੰ ਆਪਣੇ ਆਪ ਹੀ ਮਿਟਾ ਦੇਣਾ। ਇਸ ਕਰਕੇ ਗੁਰੂ ਅਰਜਨ ਦੇਵ ਜੀ ਇਹ ਜਾਚਨਾ ਕਰਦੇ ਨੇ, ਮੈਂ ਨਾ ਜਪ ਕੀਤਾ, ਤਪ ਕੀਤਾ, ਨਾ ਮੈਂ ਕੋਈ ਭਗਤੀ ਕੀਤੀ, ਦਾਨ ਤੀਰਥ ਨਾਤੇ ਹੈ, ਮੇਰੇ ਕਰਮ ਤੇ ਕੋਈ ਚੰਗੇ ਨਹੀਂ ਹੈ, ਪਰ हे ਮਾਲਕ ਪ੍ਰਮਾਤਮਾ ਜੇ ਤੂੰ ਮੇਰੇ ਤੇ ਕਿਰਪਾ ਕਰੇ ਤੇ ਮੈਂ ਤੇਰੇ ਦਰਸ਼ਨ ਕਰ ਜਾਵਾਂ, ਤੇ ਦਰਸ਼ਨ ਕਰਕੇ ਪਾਤਸ਼ਾਹ ਨਾਨਕ ਨਦਰੀ ਨਦਰ ਨਿਹਾਲ ਹੋ ਜਾਵਾਂ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। हे ਮੇਰੇ ਵਾਹਿਗੁਰੂ, ਮੈਂ ਤੇ ਇੰਨੀ ਕੋ ਕਿਰਪਾ ਕਰੋ, ਰਹਿਮ ਕਰੋ, ਤੇਰੇ ਦਰਸ਼ਨਾਂ ਦੀ ਮੇਰੇ ਮਨ 'ਚ ਤਾਂਗ ਹੋਵੇ, ਤੜਫ ਹੋਵੇ, ਪਿਆਸ ਲੱਗੀ ਹੋਵੇ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ। हे ਅਕਾਲ ਪੁਰਖ ਮੇਰੇ ਪ੍ਰਭੂ ਪ੍ਰਮਾਤਮਾ, ਤੇਥੋਂ ਬਿਨਾ ਮੇਰੇ ਜੀਵਨ ਦਾ ਉਧਾਰ ਕਰਤਾ ਹੋਰ ਕੋਈ ਨਹੀਂ ਹੈ। ਨਾਨਕ ਕੇ ਅਰਦਾਸ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ, ਮੈਂ ਨਾਨਕ ਦਾਸ ਤੇਰੇ ਚਰਨਾਂ 'ਚ ਅਰਦਾਸ ਜੋਦੜੀ ਬੇਨਤੀ ਪ੍ਰਾਰਥਨਾ ਕਰਦਾ ਵਾਂ। ਆषाढ़ ਸੁਹੰਦਾ ਤਿਸ ਲੱਗਾ। ਗੁਰਸਿੱਖਾਂ ਦੇ ਤਾਈਂ ਸਤਿਗੁਰੂ ਜੀ ਜਵਾਬ ਦਿੰਦੇ ਹੋਏ ਕਹਿੰਦੇ ਨੇ ਕਿ ਭਾਈ ਗੁਰਸਿੱਖੋ, ਚੰਗੀ ਤਰ੍ਹਾਂ ਇਹ ਗੱਲ ਨੂੰ ਯਾਦ ਰੱਖਣਾ, ਆषाढ़ ਸੁਹੰਦਾ, ਹਾੜ ਦਾ ਮਹੀਨਾ ਉਹਨਾਂ ਨੂੰ ਸ਼ੋਭਨੀਕ ਚੰਗਾ ਲੱਗਦਾ ਹੈ। ਉਹਨਾਂ ਦੇ ਜੀਵਨ ਵਿੱਚ ਹਾੜ ਦਾ ਮਹੀਨਾ ਚੰਗਾ ਫਲ ਵਾਲਾ ਹੁੰਦਾ ਵਾ। ਜਿਸ ਮਨ ਹਰ ਚਰਨ ਨਿਵਾਸ। ਜਿਨ੍ਹਾਂ ਦਾ ਮਨ ਹਰੀ ਦੇ ਚਰਨਾਂ ਵਿੱਚ ਵਾਸਾ ਕਰਦਾ ਵਾ, ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦੇ ਚਰਨ ਵਸ ਗਏ ਹੈ ਨਾ, ਤੇ ਹਾੜ ਦਾ ਮਹੀਨਾ ਕੀ ਜੀਵਨ ਦਾ ਕੋਈ ਵੀ ਮਹੀਨਾ ਸਮਾਂ ਹੋਵੇ, ਐਸੇ ਵਾਹਿਗੁਰੂ ਦੇ ਚਰਨਾਂ ਵਿੱਚ ਨਿਵਾਸ ਕਰਨ ਵਾਲੇ ਜਿਨ੍ਹਾਂ ਦਾ ਮਨ ਵਸ ਚੁੱਕਾ ਹੈ, ਮਨ ਜੁੜ ਚੁੱਕਾ ਹੈ, ਮਨ ਦੇ ਅੰਦਰ ਗੁਰੂ ਦਾ ਸਰੂਪ ਵਸ ਚੁੱਕਾ ਹੈ, ਆषाढ़ ਸੁਹੰਦਾ ਤਿਸ ਲਗੇ ਜਿਸ ਹਰ ਚਰਨ ਨਿਵਾਸ, ਜਿਹਦੇ ਮਨ 'ਚ ਹਰੀ ਦਾ ਚਰਨਾਂ ਦਾ ਵਾਸਾ। ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ। ਗੁਰ ਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜਹ ਜਾਈਏ ਤਹਾਂ ਸੁਹੇਲੇ। ਸਤਿਗੁਰੂ ਦੇ ਪਿਆਰਿਓ, ਇਹ ਹੈ 12 ਮਾਹਾਂ ਦੇ ਮਹੀਨੇ ਦੀ ਕਥਾ। ਬਹੁਤ ਹੀ ਵਿਸਥਾਰ ਪੂਰਵ ਵਾਲੀ ਹੈ ਕਥਾ। ਇਹਦੀ ਵਿਆਖਿਆ ਬਹੁਤ ਹੀ ਡੂੰਘਾਈ ਵਾਲੀ ਹੈ, ਪਰ ਸਮੇਂ ਅਨੁਸਾਰ ਸਤਿਗੁਰੂ ਪਾਤਸ਼ਾਹ ਜੀ ਦੇ ਬਾਣੀ ਦੇ ਸਰਲ ਵਿਚਾਰ ਆਪ ਜੀ ਦੇ ਸਮੁਖ ਰੱਖੇ ਨੇ। ਮਹੀਨੇ ਦੀ ਕਥਾ ਵਿਚਾਰ ਰੱਖੀ ਗਈ ਹੈ। ਗੁਰੂ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਜੋਦੜੀ ਕਰੋ ਕਿ हे ਸੱਚੇ ਪਾਤਸ਼ਾਹ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਪਾਤਸ਼ਾਹ ਜੀ ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸੰਗ ਪ੍ਰੀਤ ਲਗਾਈ। ਇੱਕ ਉਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲਾਂਤ ਜਮ ਤਰਾਸ ਮਿਟਾਏ। हे ਮੇਰੇ ਸਤਿਗੁਰੂ, ਮੈਨੂੰ ਐਸੀ ਆਪ ਜੀ ਦੀ ਸੰਗਤ ਬਖਸ਼ਿਸ਼ ਕਰੋ। ਆਓ ਲੜੀਵਾਰ ਸ਼ਬਦਾਂ ਦੇ ਇੱਕ ਛੰਤ ਦੀ ਕਥਾ ਪੌੜੀ ਦੀ ਵਿਚਾਰ।